ਪੂਰੇ ਮੁਲਕ ਵਿੱਚ ਆਕਸੀਜਨ ਲਈ ਹਾਹਾਕਾਰ ਮੱਚੀ ਹੈ। ਮੁਲਕ ਦੀ ਰਾਜਧਾਨੀ ਦਿੱਲੀ ਦੇ ਹਸਪਤਾਲਾਂ ਵਿੱਚ ਮਹਿਜ ਕੁਝ ਘੰਟਿਆਂ ਹੀ ਆਕਸੀਜਨ ਬਾਕੀ ਹੈ। ਸਾਹਾਂ ਦੀ ਡੋਰ ਟੁੱਟ ਰਹੀ ਹੈ, ਦਮ ਘੁੱਟ ਰਹੇ ਹਨ, ਲੋਕ ਮਰ ਰਹੇ ਹਨ। ਲੀਡਰ ਹਰ ਪ੍ਰਬੰਧ ਪੁਖਤਾ ਹੋਣ ਦੀਆਂ ਸੇਖੀਆਂ ਮਾਰ ਰਹੇ ਹਨ, ਪਰ ਹਸਪਤਾਲਾਂ ਵਿੱਚ ਦਮ ਤੋੜਦੀ ਇਨਸਾਨੀ ਜ਼ਿੰਦਗੀ ਜਿਸ ਸਿਸਟਮ ਇਸ ਸਰਕਾਰ ਦੇ ਮੂੰਹ ਤੇ ਚਪੇੜ ਹੈ, ਜੋ ਮਿਲੇ ਵਕਤ ਵਿੱਚ ਕੋਈ ਢੁਕਵੇਂ ਬੰਦੋਬਸਤ ਕਰਨ ਦੀ ਥਾਂ ਚੋਣ ਬੰਦੋਬਸਤ ਵਿੱਚ ਮਸ਼ਰੂਫ ਰਹੀ। ਲੋਕ ਮਰ ਰਹੇ ਹਨ ਤੇ ਸਰਕਾਰ ਹਾਲੇ ਵੀ ਚੋਣ ਮੋੜ ਵਿੱਚ ਹੈ। ਪ੍ਰਧਾਨ ਮੰਤਰੀ ਨੇ ਚੋਣ ਰੈਲੀਆਂ ਛੱਡ ਹੁਣ ਮੀਟਿੰਗਾਂ ਦਾ ਸਿਲਸਿਲਾ ਉਸ ਵੇਲੇ ਆਰੰਭਿਆ ਹੈ ਜਦੋਂ ਪਾਣੀ ਸਿਰ ਉੱਪਰੋਂ ਲੰਘ ਚੁੱਕਾ ਹੈ। ਰੋਜ਼ 3-3 ਲੱਖ ਕੇਸ ਸਾਹਮਣੇ ਆ ਰਹੇ ਹਨ, ਹਜ਼ਾਰਾਂ ਲੋਕ ਮਰ ਰਹੇ ਹਨ, ਸਿਹਤ ਸਿਸਟਮ ਅਸਤ ਵਿਅਸਤ ਹੈ। ਇਸ ਮਹਾਮਾਰੀ ਵਿੱਚ ਕਾਰਗਰ ਆਕਸੀਜਨ ਦੀ ਕਿੱਲਤ ਜੋ ਤਸਵੀਰ ਬਿਆਨ ਕਰ ਰਹੀ ਹੈ ਉਹ ਡਰਾਉਣ ਵਾਲੀ ਹੈ। ਜੇ ਸੂਰਤ-ਹਾਲ ਇਹ ਰਹੀ ਤਾਂ ਆਉਂਦੇ ਦਿਨਾਂ ਵਿੱਚ ਮੌਤਾਂ ਦੇ ਅੰਕੜੇ ਇਸ ਹੱਦ ਤੱਕ ਹੋ ਜਾਣਗੇ ਕਿ ਲਾਸ਼ਾਂ ਚੁੱਕੀਆਂ ਨਹੀਂ ਜਾਣਗੀਆਂ ਜੋ ਤਸਵੀਰਾਂ ਇਸ ਵੇਲੇ ਹਸਪਤਾਲਾਂ ਦੀਆਂ ਹਨ। ਤੁਸੀਂ ਖੁਦ ਸੋਚੋ, ਜੇ ਮੁਲਕ ਦੀ ਰਾਜਧਾਨੀ ਦੇ ਹਸਪਤਾਲ ਆਕਸੀਜਨ ਦੀ ਘਾਟ ਨਾਲ ਹਾਲੋ ਬੇਹਾਲ ਹਨ ਤਾਂ ਮੁਲਕ ਦੇ ਬਾਕੀ ਹਿੱਸਿਆਂ ਦੀ ਸੂਰਤ-ਹਾਲ ਕੀ ਹੋਵੇਗੀ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ। ਰਾਜਧਾਨੀ ਦਿੱਲੀ ਦੇ ਵਿੱਚ ਲਗਾਤਾਰ ਆਕਸੀਜਨ ਦੀ ਕਿੱਲਤ ਬਣੀ ਹੋਈ ਹੈ, ਜਿਸ ਨੂੰ ਲੈ ਕੇ ਦਿੱਲੀ ਸਰਕਾਰ ਦੇ ਵਕੀਲ ਅਤੇ ਖੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਕੇਂਦਰ ਸਰਕਾਰ ਨੂੰ ਅਪੀਲ ਕਰ ਰਹੇ ਹਨ। ਦੇਸ਼ ਭਰ ਵਿੱਚ ਜਿੱਥੇ ਇੱਕ ਪਾਸੇ ਲਗਾਤਾਰ ਕਰੋਨਾ ਮਾਮਲੇ ਵਧ ਰਹੇ ਹਨ, ਉੱਥੇ ਹੀ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਵੀ ਵਧਦੀ ਜਾ ਰਹੀ ਹੈ। ਦਿੱਲੀ ਵਿੱਚ ਹਾਲਾਤ ਇਹ ਹਨ ਕਿ ਕਰੀਬ 18 ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ 4 ਤੋਂ ਲੈ ਕੇ 8 ਅਤੇ 12 ਘੰਟੇ ਤੱਕ ਦੇ ਲਈ ਆਕਸੀਜਨ ਬਚੀ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਤਮਾਮ ਮੰਤਰੀ ਅਤੇ ਖੁਦ ਮੁੱਖ ਮੰਤਰੀ ਲਗਾਤਾਰ ਟਵਿੱਟਰ ਤੇ ਇਸ ਗੱਲ ਦੀ ਜਾਣਕਾਰੀ ਦੇ ਰਹੇ ਹਨ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਗੁਹਾਰ ਲਗਾਈ ਸੀ ਕਿ ਸਵੇਰ ਤੱਕ ਆਕਸੀਜਨ ਨਹੀਂ ਮਿਲਦਾ ਤਾਂ ਹਾਹਾਕਾਰ ਮਚ ਜਾਵੇਗੀ। ਸਿਸੋਦੀਆ ਨੇ ਆਪਣੇ ਟਵੀਟ ਵਿੱਚ ਚਿੰਤਾ ਜ਼ਾਹਰ ਕਰਦੇ ਹੋਏ ਉਹਨਾਂ ਹਸਪਤਾਲਾਂ ਦੀ ਲਿਸਟ ਵੀ ਜਾਰੀ ਕੀਤੀ ਸੀ ਜਿਨ੍ਹਾਂ 'ਚ ਆਕਸੀਜਨ ਅਗਲੇ ਕੁਝ ਹੀ ਘੰਟਿਆਂ 'ਚ ਖਤਮ ਹੋ ਰਹੀ ਸੀ। ਹਾਲਾਂਕਿ ਕੁਝ ਬੰਦੋਬਸਤ ਕੀਤੇ ਗਏ ਪਰ ਇਹ ਆਰਜੀ ਸਨ। ਫਿਰ ਉਹੀ ਸਥਿਤੀ ਸਾਹਮਣੇ ਆਣ ਖੜੀ ਹੈ। ਇਸ ਤੋਂ ਪਹਿਲਾਂ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਕੇਂਦਰ ਤੋਂ ਅਪੀਲ ਕਰਦਾ ਹਾਂ ਕਿ ਜਲਦ ਤੋਂ ਜਲਦ ਆਕਸੀਜਨ ਮੁਹੱਈਆ ਕਰਵਾਈ ਜਾਵੇ। ਕੁਝ ਹਸਪਤਾਲ ਅਜਿਹੇ ਹਨ ਜਿੱਥੇ ਕੁਝ ਹੀ ਘੰਟਿਆਂ ਦੇ ਲਈ ਹੀ ਆਕਸੀਜਨ ਬਾਕੀ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਆਕਸੀਜਨ ਦਾ ਗੰਭੀਰ ਸੰਕਟ ਬਣਿਆ ਹੋਇਆ ਹੈ। ਮੈਂ ਕੇਂਦਰ ਸਰਕਾਰ ਨੂੰ ਫਿਰ ਤੋਂ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਨੂੰ ਤਤਕਾਲ ਆਕਸੀਜਨ ਉਪਲਬਧ ਕਰਵਾਏ। ਕੁਝ ਹਸਪਤਾਲਾਂ 'ਚ ਕੁਝ ਹੀ ਘੰਟੇ ਦੇ ਲਈ ਹੀ ਆਕਸੀਜਨ ਬਾਕੀ ਹੈ। ਹੁਣ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਵੀ ਇੱਕ ਟਵੀਟ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਦਿੱਲੀ ਦੇ ਜੀਟੀਬੀ ਹਸਪਤਾਲ ਵਿੱਚ ਕੁਝ ਘੰਟਿਆਂ ਦੀ ਹੀ ਆਕਸੀਜਨ ਬਾਕੀ ਹੈ। ਇਸ ਹਸਪਤਾਲ ਵਿੱਚ 500 ਤੋਂ ਵੱਧ ਕਰੋਨਾ ਮਰੀਜ਼ ਆਕਸੀਜਨ ਸਪੋਰਟ ਤੇ ਹਨ। ਜੈਨ ਨੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਕਿਹਾ ਹੈ ਕਿ ਜਲਦ ਤੋਂ ਜਲਦ ਆਕਸੀਜਨ ਦੀ ਸਪਲਾਈ ਮੁਹੱਈਆ ਕਰਵਾਈ ਜਾਵੇ। ਹੁਣ ਦਿੱਲੀ ਸਰਕਾਰ ਲਗਾਤਾਰ ਟਵਿੱਟਰ ਤੇ ਜਾਣਕਾਰੀ ਦਿੰਦੇ ਹੋਏ ਇੱਕ ਅਜਿਹਾ ਮਾਹੌਲ ਬਣਾ ਚੁੱਕੀ ਹੈ ਜੋ ਕਾਫੀ ਪੈਨਿਕ ਵਾਲਾ ਹੈ। ਸਵਾਲ ਇਹ ਹੈ ਕਿ ਕੀ ਕੇਂਦਰ ਅਤੇ ਦਿੱਲੀ ਦਰਮਿਆਨ ਇਸ ਮਹਾਮਾਰੀ ਦੇ ਦੌਰ ਵਿੱਚ ਆਮ ਸਹਿਮਤੀ ਨਹੀਂ? ਆਕਸੀਜਨ ਵਰਗੀ ਬੇਹੱਦ ਲਾਜ਼ਮੀ ਚੀਜ਼ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਲਗਾਤਾਰ ਮੰਗ ਹੋ ਰਹੀ ਹੈ। ਰਾਸ਼ਟਰੀ ਰਾਜਧਾਨੀ ਖੇਤਰ ਐਨਸੀਆਰ ਵਿੱਚ ਕਰੋਨਾ ਹਾਲਾਤਾਂ ਤੇ ਦਾਇਰ ਕੀਤੀ ਗਈ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਕੇਂਦਰ ਦੇ ਆਕਸੀਜਨ ਦੇ ਇੰਡਸਟਰੀਅਲ ਸਪਲਾਈ ਨੂੰ ਬੈਨ ਕਰਨ ਵਾਲੇ ਫੈਸਲੇ ਤੇ ਸਵਾਲ ਚੁੱਕੇ ਹਨ। ਕੇਂਦਰ ਨੇ ਫੈਸਲਾ ਕੀਤਾ ਸੀ ਕਿ 22 ਅਪ੍ਰੈਲ ਤੋਂ ਆਕਸੀਜਨ ਨੂੰ ਉਦਯੋਗਿਕ ਇਸਤੇਮਾਲ ਦੇ ਲਈ ਬੈਨ ਕੀਤਾ ਜਾਵੇਗਾ। ਕੋਰਟ ਦਾ ਕਹਿਣਾ ਹੈ ਕਿ ਤੁਸੀਂ ਇਸ ਨੂੰ ਅੱਜ ਤੋਂ ਹੀ ਬੈਨ ਕਿਉਂ ਨਹੀਂ ਕਰਦੇ? ਹਰ ਇੱਕ ਜ਼ਿੰਦਗੀ ਅਹਿਮ ਹੈ ਅਤੇ ਕੀਮਤੀ ਹੈ। ਕੋਰਟ ਨੇ ਕਿਹਾ ਕਿ ਜੇਕਰ ਆਕਸੀਜਨ ਦੀ ਸਪਲਾਈ ਤੈਅ ਕਰਨ ਦੇ ਲਈ ਕੁਝ ਨਹੀਂ ਕੀਤਾ ਜਾਂਦਾ ਤਾਂ ਦੇਸ਼ ਵੱਡੀ ਆਪਦਾ ਵੱਲ ਵਧ ਰਿਹਾ ਹੈ। ਪਹਿਲੀ ਪ੍ਰਾਥਮਿਕਤਾ ਲੋਕਾਂ ਦੀ ਜ਼ਿੰਦਗੀ ਬਚਾਉਣਾ ਹੋਣੀ ਚਾਹੀਦੀ ਹੈ। ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਆਕਸੀਜਨ ਦੀ ਸਪਲਾਈ ਦੀ ਚੰਗੀ ਤਰ੍ਹਾਂ ਨਾਲ ਜਾਂਚ ਪਰਖ ਕਰੇ ਅਤੇ ਕੇਂਦਰ ਇਸ ਮਾਮਲੇ 'ਚ ਸਾਰੇ ਸਟੇਕ ਹੋਲਡਰ ਨਾਲ ਗੱਲ ਕਰੇ ਤਾਂ ਕਿ ਉਪਲਬਧ ਆਕਸੀਜਨ ਤੋਂ ਜ਼ਿਆਦਾਤਰ ਹਿੱਸੇ ਦਾ ਇਸਤੇਮਾਲ ਮੌਜੂਦਾ ਸਥਿਤੀ ਤੋਂ ਉਭਰਨ 'ਚ ਮਦਦ ਕੀਤੀ ਜਾ ਸਕੇ। ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੇ ਹੁਣ ਦੇਸ਼ ਭਰ ਵਿੱਚ ਇੱਕ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਇਸ ਦੀ ਵਜ੍ਹਾ ਨਾਲ ਦੇਸ਼ ਭਰ ਵਿੱਚ ਆਕਸੀਜਨ ਦੀ ਕਮੀ ਹੋ ਚੁੱਕੀ ਹੈ। ਉੱਥੇ ਹੀ ਰਾਜਧਾਨੀ ਦਿੱਲੀ ਦੇ ਹਸਪਤਾਲ ਲਗਾਤਾਰ ਆਕਸੀਜਨ ਦੀ ਮੰਗ ਕਰ ਰਹੇ ਹਨ। ਕੁਝ ਹਸਪਤਾਲਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਮਹਿਜ ਕੁਝ ਘੰਟਿਆਂ ਦੀ ਹੀ ਆਕਸੀਜਨ ਬਚੀ ਹੈ। ਇਸ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਦਿੱਲੀ ਦੇ ਗੰਗਾ ਰਾਮ ਹਸਪੀਟਲ ਦੇ ਸਟਾਫ ਦਾ ਕਹਿਣਾ ਹੈ ਕਿ ਕੁਝ ਹੀ ਘੰਟੇ ਪਹਿਲਾਂ ਦੱਸਿਆ ਗਿਆ ਉਹਨਾਂ ਕੋਲ ਸਿਰਫ 8 ਘੰਟੇ ਦੀ ਆਕਸੀਜਨ ਬਾਕੀ ਹੈ। ਉਹਨਾਂ ਨੇ ਕਿਹਾ ਕਿ ਕੱਲ ਤੋਂ ਆਕਸੀਜਨ ਦੀ ਕਮੀ ਬਣੀ ਹੋਈ ਹੈ। ਇਸ ਦੀ ਖਪਤ ਬਹੁਤ ਜ਼ਿਆਦਾ ਹੋ ਚੁੱਕੀ ਹੈ। ਉਹਨਾਂ ਨੇ ਦੱਸਿਆ ਕਿ ਕਿਸੇ ਤਰ੍ਹਾਂ ਅਸੀਂ ਮੈਨੇਜ ਕਰ ਰਹੇ ਹਾਂ ਪਰ ਆਕਸੀਜਨ ਦੀ ਜਲਦ ਲੋੜ ਰਹੇਗੀ। ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਮਾਮਲੇ ਦੀ ਵਜ੍ਹਾ ਨਾਲ ਮੈਡੀਕਲ ਆਕਸੀਜਨ ਦੀ ਲੋੜ 3 ਗੁਣਾ ਵੱਧ ਗਈ
ਗਈ ਹੈ। ਸਾਡੇ ਹਸਪਤਾਲਾਂ ਵਿੱਚ ਆਕਸੀਜਨ ਦੀ ਸ਼ਾਰਟੇਜ ਹੈ। ਅਸੀਂ ਅੱਜ ਰਾਤ ਦੇ ਲਈ ਘੱਟ ਤੋਂ ਘੱਟ 5000 ਕਿਊਬਿਕ ਮੀਟਰ ਆਕਸੀਜਨ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕਿਹਾ ਸੀ ਕਿ ਕੁਝ ਹੀ ਘੰਟਿਆਂ ਦੀ ਆਕਸੀਜਨ ਬਾਕੀ ਹੈ। ਕੇਂਦਰ ਸਰਕਾਰ ਇਸ ਨੂੰ ਲੈ ਕੇ ਕੁਝ ਸੰਜੀਦਾ ਪ੍ਰਬੰਧ ਕਰੇ। ਤਾਂ ਲਗਾਤਾਰ ਕੇਂਦਰ ਨੂੰ ਗੁਹਾਰ ਲਗਾਈ ਜਾ ਰਹੀ ਹੈ। ਕੋਰਟ ਨੇ ਵੀ ਇਸ ਨੂੰ ਲੈ ਕੇ ਸਖਤ ਟਿੱਪਣੀ ਕੀਤੀ ਹੈ ਕਿ ਇੰਡਸਟਰੀਜ਼ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ ਪੈਟਰੋਲੀਅਮ ਜਾਂ ਕੁਝ ਬਣਾਉਣ ਦੇ ਲਈ। ਜੇਕਰ ਲੋਕ ਹੀ ਨਹੀਂ ਬਚੇ ਤਾਂ ਫਿਰ ਇੰਡਸਟਰੀ ਦੇ ਬਜਾਏ ਪ੍ਰੋਡਕਟ ਇਸਤੇਮਾਲ ਕੌਣ ਕਰੇਗਾ। ਕੋਰਟ ਦੀ ਕੇਂਦਰ ਸਰਕਾਰ ਨੂੰ ਇਹ ਟਿੱਪਣੀ ਕਾਫੀ ਗੰਭੀਰ ਹੈ, ਵੱਡੇ ਸਵਾਲ ਖੜੇ ਕਰਦੀ ਹੈ। ਪਰ ਉਸ ਤੋਂ ਵੀ ਵੱਡਾ ਅਤੇ ਅਹਿਮ ਸਵਾਲ ਹੈ ਕਿ ਸਰਕਾਰਾਂ ਕੋਲ ਸਮਾਂ ਸੀ ਇਸ ਤਰ੍ਹਾਂ ਦੇ ਹਾਲਾਤਾਂ ਨਾਲ ਨਜਿੱਠਣ ਲਈ। 2020 ਵਿੱਚ ਉਹ ਦੌਰ ਵੇਖ ਚੁੱਕੇ ਸਨ, ਪਰ ਇਸ ਦੇ ਬਾਵਜੂਦ ਉਸ ਤੋਂ ਕੋਈ ਸਬਕ ਨਹੀਂ ਲਿਆ ਗਿਆ ਅਤੇ ਜਿਹੋ ਜੀ ਬਦ ਇੰਤਜ਼ਾਮੀ ਹੁਣ ਸਾਹਮਣੇ ਆ ਰਹੀ ਹੈ ਉਹ ਆਪਣੇ ਆਪ ਵਿੱਚ ਵੱਡੇ ਸਵਾਲ ਖੜੇ ਕਰਨ ਵਾਲੀ ਹੈ ਕਿ ਸਰਕਾਰਾਂ ਨੇ ਪ੍ਰਬੰਧ ਕਿਉਂ ਨਹੀਂ ਕੀਤੇ। 2020 ਦੇ ਮਾਰਚ ਅਪ੍ਰੈਲ 'ਚ ਕਰੋਨਾ ਦਾ ਵਿਸਫੋਟ ਹੋਣ ਤੋਂ ਬਾਅਦ ਵੀ ਇਹ ਸਾਫ਼ ਹੋ ਗਿਆ ਸੀ ਕਿ ਸਭ ਤੋਂ ਜ਼ਿਆਦਾ ਜ਼ਰੂਰਤ ਆਕਸੀਜਨ ਦੀ ਹੁੰਦੀ ਹੈ। 1 ਸਾਲ ਬਾਅਦ ਵੀ ਆਕਸੀਜਨ ਦੀ ਕਮੀ ਪਹਿਲਾਂ ਦੀ ਤਰ੍ਹਾਂ ਹੀ ਬਰਕਰਾਰ ਹੈ। ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਪਰ ਵੱਡੀ ਸਰਕਾਰ ਤਾਂ ਬੰਗਾਲ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਅਤੇ ਹਰਿਦੁਆਰ 'ਚ ਕੁੰਭ ਮੇਲੇ ਇਤਿਆਦਿ ਦੇ ਇੰਤਜ਼ਾਮ 'ਚ ਵਿਅਸਤ ਰਹੀ। ਜਵਾਬ ਕੌਣ ਦੇਵੇਗਾ। ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।